ਕੁਰਾਨ ਪਾਕ ਅਰਬੀ ਦੇ ਵਿੱਚ ਮੌਜੂਦ ਹੈ। ਇਸੇ ਤਰ੍ਹਾਂ ਪੰਜਾਬੀ ਸਾਡੇ ਵਾਸਤੇ ਇੰਨੀ ਮੁਕੱਦਸ ਹੈ। ਕਰਦੇ ਸਨ ਕਿ ਅਸੀਂ ਗੁਰਦਾਸਪੁਰ ਰਹਿੰਦੇ ਸਾਂ, ਅੰਮ੍ਰਿਤਸਰ ਰਹਿੰਦੇ ਸਾਂ ਤੇ ਇਹ ਕਹਾਣੀਆਂ ਬੋਰਡ ਲਾਏ ਹੁੰਦੇ ਨੇ ਸਕੂਲਾਂ ਦੇ ਬਾਹਰ ਕਿ ਪੇਂਡੂ ਜ਼ਬਾਨ ਬੋਲਣੇ 'ਤੇ ਪਾਬੰਦੀ ਹੈ। ਲਾਹੌਰ ਦਾ ਸਕੂਲ ਜੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਤੇ ਉਹਨਾਂ ਨੇ ਤੇ ਆਪਣੇ ਸਟੂਡੈਂਟਾਂ ਨੂੰ ਗ੍ਰੇਟਰ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ ਉਸ ਟਾਈਮ ਸਾਰਾ ਇਲਾਕਾ ਦਿੱਲੀ ਤੋਂ ਲੈ ਕੇ ਹੁਣ ਮੈਂ ਤੇ ਨਾ ਜਦੋਂ ਤੱਕ ਮੈਨੂੰ ਗੁੱਸਾ ਨਾ ਆਵੇ ਨਾ ਤੇ ਮੈਂ ਕਿਸੇ ਨੂੰ ਖਰੀਆਂ ਸੁਣਾਣੀਆਂ ਤੇ ਮੈਂ ਕੋਈ ਅੱਗ ਦਾ ਸੇਕ ਲੱਗ ਗਿਆ, ਕੋਈ ਐਕਸੀਡੈਂਟ ਹੋ ਗਿਆ, ਕੋਈ ਕਿਸੇ ਵੀ ਕਿਸਮ ਝਟਕਾ ਵੱਜ ਗਿਆ, ਅੰਦਰੋਂ ਜਿਹੜੀ ਆਵਾਜ਼ ਆਉਂਦੀ। ਤੁਸੀਂ ਯਕੀਨ ਕਰੋ ਕਿ ਜਿਹੜੀਆਂ ਗੱਲਾਂ ਸਨ ਨਾ ਸਾਡੇ ਪਹਿਲੇ ਜਿਹੜੇ ਵੱਡੇ ਕਰਦੇ ਸਨ, ਜਿਸ ਤਰ੍ਹਾਂ ਮੈਂ ਕਦੀ ਸੁਣਨੀ ਸਾਂ ਆਪਣੀਆਂ ਮਾਸੀਆਂ ਖਾਲਾ ਤੇ ਜਿਹੜੀਆਂ ਸਾਡੀਆਂ ਭੂਆ ਹੁੰਦੀਆਂ ਸਨ, ਉਹ ਦੱਸਦੀਆਂ ਸਨ ਗੱਲਾਂ ਕਿ ਇਸ ਤਰ੍ਹਾਂ ਅਸੀਂ ਆਏ ਉੱਧਰੋਂ ਤੇ ਆਪਣੀ ਗੱਲਾਂ ਨੂੰ ਬੜਾ ਮਿਸ ਕਰਦੇ ਸਨ ਕਿ ਅਸੀਂ ਗੁਰਦਾਸਪੁਰ ਰਹਿੰਦੇ ਸਾਂ, ਅੰਮ੍ਰਿਤਸਰ ਰਹਿੰਦੇ ਸਾਂ ਤੇ ਇਹ ਕਹਾਣੀਆਂ ਸੁਣ ਕੇ ਬਹੁਤ ਚੰਗਾ ਲੱਗਦਾ ਹੈ। ਤੇ ਜਿਹੜੀ ਆਪਣੀ ਜ਼ੁਬਾਨ ਹੈ ਨਾ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਐਡੀ ਸੋਹਣੀ ਪੰਜਾਬੀ ਬੋਲਦੇ ਹੋ ਤੇ ਮੈਂ ਸੋਚ ਰਹੀ ਹਾਂ ਕਿ ਤੁਸੀਂ ਬੱਚਿਆਂ ਦੇ ਨਾਲ ਜਿਹੜੇ ਨਿੱਕੇ ਨਿਆਣੇ ਹੁੰਦੇ ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਗੱਲਾਂ ਕਰਦੇ ਜੇ। ਸਾਡੇ ਵਾਸਤੇ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਸਿਰਫ ਇਲਾਕਾਈ ਮਾਂ ਬੋਲੀ ਦੀ ਹੱਦ ਤੱਕ ਨਹੀਂ ਬਲਕਿ ਸਾਡੇ ਵਾਸਤੇ ਪੰਜਾਬੀ ਮਜ਼ਹਬੀ ਜ਼ਬਾਨ ਵੀ ਹੈ। ਅੱਛਾ ਜੀ। ਮੁਸਲਮਾਨ ਤਬਕੇ ਵਾਸਤੇ ਜਿਸ ਤਰ੍ਹਾਂ ਅਰਬੀ ਅਹਿਮੀਅਤ ਦੀ ਹਾਮਲ ਹੈ ਔਰ ਉਹਨਾਂ ਦੀ ਉਹ ਮਜ਼ਹਬੀ ਜ਼ਬਾਨ ਹੈ, ਇੱਕ ਤਰ੍ਹਾਂ ਕੁਰਾਨ ਪਾਕ ਅਰਬੀ ਦੇ ਵਿੱਚ ਮੌਜੂਦ ਹੈ, ਇਸੇ ਤਰ੍ਹਾਂ ਪੰਜਾਬੀ ਸਾਡੇ ਵਾਸਤੇ ਇੰਨੀ ਮੁਕੱਦਸ ਹੈ ਕਿਉਂਕਿ ਸਾਡੀ ਜਿੰਨੀ ਵੀ ਮਜ਼ਹਬੀ ਤਾਲੀਮਾਤ ਨੇ, ਜੋ ਕਲਾਮ ਹੈ ਉਹ ਪੰਜਾਬੀ ਜ਼ਬਾਨ ਦੇ ਵਿੱਚ ਗੁਰਮੁਖੀ ਭਾਸ਼ਾ ਦੇ ਵਿੱਚ ਮੌਜੂਦ ਹੈ। ਤੇ ਸਾਡੇ ਵਾਸਤੇ ਪੰਜਾਬੀ ਜ਼ਬਾਨ ਦੀ ਜਿਹੜੀ ਵਕਤ ਸਕਤ ਹੈ ਉਹ ਬਾਕੀ ਇੱਧਰ ਦੇ ਵਸਣ ਵਾਲਿਆਂ ਤੋਂ ਵੱਧ ਹੈ। ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵਸਦਾ ਹੋਵੇ, ਲੇਕਿਨ ਬਦਕਿਸਮਤੀ ਇਹ ਵੇ ਕਿ ਦੁਨੀਆ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ਬਾਨ ਨੂੰ ਲੋਕੀ ਮਖਸੂਸ ਸਮਝਦੇ ਨੇ, ਕਹਿੰਦੇ ਨੇ ਕਿ ਜੀ ਇਹ ਸਿੱਖਾਂ ਦੀ ਜ਼ਬਾਨ ਹੈ। ਪੰਜਾਬੀ ਬੇਸ਼ੱਕ ਸਿੱਖਾਂ ਦੀ ਜ਼ਬਾਨ ਹੈ, ਮੈਂ ਕਹਿੰਦਾ ਕਿ ਸਿੱਖਾਂ ਦੀ ਵੀ ਜ਼ਬਾਨ ਹੈ ਔਰ ਸਾਰੇ ਪੰਜਾਬੀਆਂ ਦੀ ਵੀ ਜ਼ਬਾਨ ਹੈ, ਲੇਕਿਨ ਇੱਥੇ ਦੇ ਲੋਕਾਂ ਨੇ ਸਿਰਫ ਸਿੱਖਾਂ ਦੀ ਹੀ ਜ਼ਬਾਨ ਕਰਕੇ ਉਹਨੂੰ ਸਮਝਿਆ ਹੋਇਆ ਹੈ ਔਰ ਇਸੇ ਪਾਰੋਂ ਬਾਕੀ ਜਿਹੜੀ ਆਉਣ ਵਾਲੀ ਨਸਲਾਂ ਨੇ ਉਹ ਪੰਜਾਬੀ ਤੋਂ ਹਟਦੇ ਜਾ ਰਹੇ ਨੇ। ਅਗਰ ਮੈਂ ਗੱਲ ਕਰਾਂ ਪਾਕਿਸਤਾਨੀ ਸੁਸਾਇਟੀ ਦੀ, ਪਾਕਿਸਤਾਨ ਦੇ ਵਿੱਚ ਵਸਦਿਆਂ ਹੋਇਆਂ ਬਲੋਚਿਸਤਾਨ ਤੋਂ ਚਲੀਏ ਜਾਂ KPK ਤੋਂ ਚਲੀਏ, ਵੈਸੇ ਤੇ KP ਦਾ ਇਲਾਕਾ ਜਿਹੜਾ ਹੈ ਪਿਸ਼ਾਵਰ 1901 ਚ KP ਸੂਬਾ ਬਣਿਆ ਹੈ, ਉਸ ਤੋਂ ਅੱਗੇ ਜਿਹੜਾ ਇਲਾਕਾ ਹੈ ਅਫਗਾਨਿਸਤਾਨ ਦਾ, ਗ੍ਰੇਟਰ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ ਉਸ ਟਾਈਮ ਸਾਰਾ ਇਲਾਕਾ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਤੱਕ ਪੰਜਾਬ ਦੇ ਵਿੱਚ ਸ਼ਾਮਲ ਸੀ। ਲੇਕਿਨ ਉਹ ਚੂੰਕਿ ਹੁਣ ਪਸ਼ਤੂਨ ਇਲਾਕਾ ਹੈ, ਅਗਰ ਅਸੀਂ ਉਧਰ ਦੀ ਗੱਲ ਕਰੀਏ, ਬਲੋਚਿਸਤਾਨ ਦੀ ਕਰੀਏ, ਸਿੰਧ ਦੀ ਕਰੀਏ, ਉਹਨਾਂ ਇਲਾਕਿਆਂ, ਉਹਨਾਂ ਸੂਬਿਆਂ ਦੇ ਵਿੱਚ ਉਹਨਾਂ ਥਾਵਾਂ ਤੇ ਉਸ ਜ਼ਬਾਨ ਨੂੰ ਬੋਲਣ ਵਾਲੇ ਆਪਣੀ ਜ਼ਬਾਨ ਨੂੰ ਪ੍ਰਮੋਟ ਵੀ ਕਰਦੇ ਨੇ, ਉਹਦੇ ਵਿੱਚ ਆਪਣੇ ਬਾਲਾਂ ਨੂੰ ਪੜ੍ਹਾਈ ਵੀ ਕਰਾਉਂਦੇ ਨੇ। ਸਿੰਧ ਦੇ ਵਿੱਚ ਸ਼ਨਾਖਤੀ ਕਾਰਡ ਵੀ ਸਿੰਧੀ 'ਚ ਬਣਦੇ ਨੇ। ਕੀ ਬਾਤ ਹੈ, ਕੀ ਬਾਤ। ਹਰ ਬੱਚਾ 12ਵੀਂ ਕਲਾਸ ਤੱਕ ਸਿੰਧੀ ਜ਼ਬਾਨ ਲਾਜ਼ਮੀ ਪੜ੍ਹੇਗਾ, ਓਨੀ ਦੇਰ ਉਹਨੂੰ 12ਵੀਂ ਤੱਕ ਦੀ ਸਨਦ ਨਹੀਂ ਮਿਲਣੀ। MA ਤੱਕ ਦਾ ਮੀਡੀਅਮ ਆਫ ਇੰਸਟਰਕਸ਼ਨ ਸਿੰਧੀ ਦੇ ਵਿੱਚ ਹੈ। ਬਲੋਚਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਫਰੋਗ ਦਿੱਤਾ ਜਾ ਰਿਹਾ, KP ਦੇ ਵਿੱਚ ਵੀ ਫਰੋਗ ਦਿੱਤਾ ਜਾ ਰਿਹਾ। ਪੰਜਾਬ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ। ਸਿੰਧੀ ਅਦਬੀ ਬੋਰਡ ਦੀ ਕਾਪੀ ਕਰਦਿਆਂ ਪੰਜਾਬੀ ਅਦਬੀ ਬੋਰਡ ਬਣਿਆ, ਬਹੁਤ ਖੁਸ਼ਆਇੰਦ ਗੱਲ ਹੈ। ਲੇਕਿਨ ਇਸ ਜ਼ਬਾਨ ਨੂੰ ਸਾਡੇ ਲੋਕਾਂ ਨੇ ਸਿਰਫ ਸਾਲ ਦੇ ਵਿੱਚ 2 ਦਿਨ, 21 ਫਰਵਰੀ ਨੂੰ ਮਾਂ ਬੋਲੀ ਦਿਹਾੜਾ ਤੇ 14 ਮਾਰਚ ਨੂੰ ਕਲਚਰਲ ਡੇ ਜਿਹੜਾ ਹੈ, ਪਹਿਲੀ ਚੇਤਰ ਦੀ, ਬਿਲਕੁਲ ਫੈਸ਼ਨ ਬਣਾ ਛੱਡਿਆ, ਉੱਥੇ ਤੱਕ ਉਹਨਾਂ ਨੇ ਮਹਿਦੂਦ ਰੱਖਿਆ ਹੈ। ਬਾਕੀ ਸਾਲ ਦੇ 363 ਦਿਨ ਉਹਨੂੰ ਬੋਲਦਿਆਂ ਇਹਨਾਂ ਨੂੰ ਸ਼ਰਮ ਆਉਂਦੀ ਹੈ। ਸਾਨੂੰ ਸ਼ਰਮਾਣਾ ਨਹੀਂ ਚਾਹੀਦਾ, ਆਪਣੀ ਬੋਲੀ 'ਚ ਗੱਲ ਕਰਨੀ ਚਾਹੀਦੀ ਹੈ। ਸਾਡੇ ਨੌਜਵਾਨ, ਸਾਡੇ ਇੰਟਲੈਕਚੁਅਲ ਜਦੋਂ ਯੂਰਪ ਜਾਂਦੇ ਨੇ, ਨਾਰਥ ਅਮਰੀਕਾ ਜਾਂਦੇ ਨੇ, ਕੈਨੇਡਾ ਦੇ ਵਿੱਚ ਜਾਂਦੇ ਨੇ, ਉੱਥੇ ਪੰਜਾਬੀਅਤ ਦੀ ਬੇਸ 'ਤੇ ਉਹਨਾਂ ਨੂੰ ਆਪਸ 'ਚ ਸਾਂਝ ਪੈਦਾ ਹੁੰਦੀ ਹੈ, ਉੱਥੇ ਜਾ ਕੇ ਇਹਦੀ ਕਦਰ ਹੁੰਦੀ ਹੈ। ਲੇਕਿਨ ਇੱਥੇ ਸੜਕਾਂ 'ਤੇ ਅਗਰ ਮਹੱਲਿਆਂ ਦੇ ਵਿੱਚ, ਦੁਕਾਨਾਂ ਤੇ, ਮਾਰਕੀਟਾਂ ਦੇ ਵਿੱਚ ਮੈਂ ਕਿਸੇ ਨਾਲ ਪੰਜਾਬੀ 'ਚ ਗੱਲ ਕਰਨਾ ਤੇ ਮੈਨੂੰ ਉਰਦੂ 'ਚ ਜਵਾਬ ਮਿਲਦਾ, ਮੈਂ ਉਹਨਾਂ ਨੂੰ ਬੁਰਾ ਭਲਾ ਨਹੀਂ ਕਹਿੰਦਾ, ਉਹਨਾਂ ਦੇ ਉਰਦੂ ਦੇ ਜਵਾਬ ਦਾ ਮੈਂ ਪੰਜਾਬੀ 'ਚ ਜਵਾਬ ਦੇਣਾ। ਅੱਛਾ, ਤੁਹਾਡੀ ਗੱਲ ਤੋਂ ਨਾ ਮੈਨੂੰ ਇੱਕ ਲਤੀਫਾ ਯਾਦ ਆ ਗਿਆ। ਮੇਰੀ ਸਹੇਲੀ ਨੇ ਦੱਸਿਆ ਕਿ 2 ਪਠਾਨ ਜਿਹੜੇ ਸਨ ਨਾ ਉਹ ਅਮਰੀਕਾ 'ਚ ਮਿਲੇ ਤੇ ਉਹਨਾਂ ਨੇ ਨਾ ਕਿਹਾ ਕਿ ਉਹ ਆਪਣੀ ਪਸ਼ਤੋ 'ਚ ਗੱਲਾਂ ਕਰਨਾ ਸ਼ੁਰੂ ਕਿ ਤੂੰ ਕਿੰਜ ਆਇਆ ਤੇ ਕੀ ਹੋਇਆ। ਤੇ ਉਸ ਤੋਂ ਬਾਅਦ ਪੈਰਿਸ 'ਚ 2 ਸਿੰਧੀ ਮਿਲੇ, ਉਹਨਾਂ ਨੇ ਵੀ ਸਿੰਧੀ 'ਚ ਗੱਲਬਾਤ ਕੀਤੀ, ਉਹ ਬੜਾ ਖੁਸ਼ ਹੋਏ ਕਿ ਕੋਈ ਸਿੰਧੀ ਤੇ ਨਜ਼ਰ ਆਇਆ। ਤੇ 2 ਪੰਜਾਬੀ ਮੋਚੀ ਗੇਟ ਦੇ ਅੱਗੇ ਖੜੇ ਨੇ ਤੇ ਕਹਿ ਰਹੇ ਨੇ ਕਿ वो कल ना मेरी छोटी बेटी का ना डोर में हाथ आ गया तो डोर को ओपन किया तो फिर ये हुआ, डोर को क्लोज़ किया। ਤੇ ਮਤਲਬ ਟੁੱਟੀ ਭੱਜੀ ਨਾ ਤੁਹਾਡੀ ਪੰਜਾਬੀ, ਨਾ ਉਰਦੂ ਤੇ ਨਾ ਹੀ ਅੰਗਰੇਜ਼ੀ। ਤੇ ਇਹ ਜਿਹੜੀ ਨੇਸ਼ਨ ਹੈ ਨਾ ਇਹਦੇ ਲਈ ਬੜੀ ਖਤਰਨਾਕ ਗੱਲ ਜੀ।
ਸਾਨੂੰ ਪੰਜਾਬੀ ਤੇ ਫਖਰ ਵੀ ਹੋਣਾ ਚਾਹੀਦਾ ਹੈ ਤੇ ਅੱਗੇ ਛੋਟੇ ਨਿਆਣਿਆਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਇਹੀ ਚੀਜ਼ ਜਿਹੜੀ ਹੈ ਵਕਤ ਦੀ ਜ਼ਰੂਰਤ ਹੈ ਔਰ ਇਹਨੂੰ ਜਿਹੜਾ ਹੈ ਪ੍ਰਮੋਟ ਕਰਨਾ ਚਾਹੀਦਾ ਹੈ। ਪੰਜਾਬ ਦੇ ਵਿੱਚ ਚੂੰਕਿ ਸਾਡੇ ਬਾਲਾਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਔਰ ਇੱਕ ਜਿਹੜਾ ਹੈ ਸੋਸ਼ਲ ਸਟੇਟਸ ਔਰ ਸਟੇਟਸ ਸਿੰਬਲ ਦੇ ਪਿੱਛੇ ਲੱਗਦਿਆਂ ਹੋਇਆਂ ਬਦਕਿਸਮਤੀ ਇਹ ਵੇ ਕਿ ਸਾਡੇ ਵਾਲਿਦੈਨ ਉਹਨਾਂ ਅਦਾਰਿਆਂ ਨੂੰ ਉਹਨਾਂ ਸਕੂਲਾਂ ਨੂੰ ਅੱਛਾ ਸਮਝਦੇ ਨੇ ਜਿੱਥੇ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਅਗਰ ਕਿਸੇ ਸਕੂਲ ਦੇ ਵਿੱਚ ਕੋਈ ਮਾਸਟਰ ਪੰਜਾਬੀ 'ਚ ਗੱਲ ਕਰ ਲਵੇ ਪ੍ਰਾਈਵੇਟ 'ਚ ਤੇ ਉਹਨੂੰ ਕੱਢਣ ਦੇ ਪਿੱਛੇ ਆ ਜਾਂਦੇ ਨੇ। ਬੋਰਡ ਲਾਏ ਹੁੰਦੇ ਨੇ ਸਕੂਲਾਂ ਦੇ ਬਾਹਰ ਕਿ ਪੇਂਡੂ ਜ਼ਬਾਨ ਬੋਲਨੇ पे पाबंदी है ਔਰ ਪੰਜਾਬੀ ਵਾਸਤੇ ਇੰਨਾ ਵੀ ਦੇਖਣ ਨੂੰ ਮਿਲਿਆ ਹੈ ਪਿਛਲੇ ਦੌਰ ਦੇ ਵਿੱਚ ਕਿ ਲਿਖਿਆ ਹੁੰਦਾ ਹੈ ਕਿ ਘਟੀਆ ਜ਼ਬਾਨ ਬੋਲਨੇ पे पाबंदी है। ਜਿਸ ਸੂਬੇ ਦੇ ਵਿੱਚ ਰਹਿ ਕੇ ਤੁਸੀਂ ਕਾਰੋਬਾਰ ਕਰ ਰਹੇ ਹੋ, ਜਿਸ ਸੂਬੇ 'ਚ ਰਹਿ ਕੇ ਤੁਸੀਂ ਆਪਣੇ ਬੱਚਿਆਂ ਵਾਸਤੇ ਹੱਕ ਹਲਾਲ ਦੀ ਰੋਜ਼ੀ ਕਮਾ ਰਹੇ ਹੋ, ਪੇਟ 'ਚ ਰਿਜ਼ਕ ਪਾ ਰਹੇ ਹੋ, ਉਸੇ ਬੋਲੀ ਨੂੰ, ਉਸੇ ਜ਼ਬਾਨ ਨੂੰ, ਉਸ ਖਿੱਤੇ ਦੇ ਕਲਚਰ ਨੂੰ, ਉਹਦੀ ਭਾਸ਼ਾ ਨੂੰ ਤੁਸੀਂ ਇੰਨਾ ਬੁਰਾ ਭਲਾ ਕਹਿ ਰਹੇ ਹੋ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਇਤਫਾਕ ਕਰਾਂਗੀ। ਇੱਕ ਬਹੁਤ ਵੱਡਾ ਲਾਹੌਰ ਦਾ ਸਕੂਲ ਜੇ, ਮੈਂ ਨਾਂ ਨਹੀਂ ਲੈਣਾ ਚਾਹੁੰਦੀ, ਤੇ ਉਹਨਾਂ ਨੇ ਤੇ ਆਪਣੇ ਸਟੂਡੈਂਟਾਂ ਨੂੰ ਤੇ ਇੱਕ ਟੀਚਰ ਨੂੰ ਕੱਢ ਵੀ ਦਿੱਤਾ ਸੀ ਕਿ ਤੁਸੀਂ ਪੰਜਾਬੀ ਕਿਉਂ ਬੋਲੀ। ਤੇ ਹੁਣ ਤੁਸੀਂ ਵੇਖੋ ਕਿ ਇੰਟਰਨੈਸ਼ਨਲੀ ਤੌਰ ਤੇ ਨਾ ਬਾਹਰ ਦੇ ਜਿਹੜੇ ਮੁਲਕ ਨੇ, ਹਰ ਮੁਲਕ ਦੀ ਆਪਣੇ ਆਪਣੇ ਜਿਹੜੇ ਉਹਨਾਂ ਦੇ ਸੂਬੇ ਨੇ ਨਾ, ਉਹਨਾਂ ਦੀ ਆਪਣੀ ਵੀ ਮਾਂ ਬੋਲੀ ਹੁੰਦੀ ਹੈ, ਉਹਨਾਂ ਨੂੰ ਹੁਣ ਪ੍ਰਮੋਟ ਕਰ ਰਹੇ ਨੇ। ਤੇ ਪਤਾ ਨਹੀਂ ਇਹਨਾਂ ਨੂੰ ਕਦੋਂ ਪਤਾ ਚੱਲੇਗਾ ਕਿ ਜਿਹੜੀ ਆਪਣੀਆਂ ਜਿਹਨੂੰ ਨੇਟਿਵ ਲੈਂਗੁਏਜ ਬੋਲੀਦਾ ਹੈ, ਮਾਦਰੀ ਜ਼ੁਬਾਨ ਮਾਂ ਬੋਲੀ ਦੀ ਪ੍ਰਮੋਸ਼ਨ ਹੁੰਦੀ ਪਈ ਜੇ। ਉਹ ਕਹਿੰਦੇ ਨੇ ਇਹ ਕਿਧਰੇ ਮੁੱਕ ਨਾ ਜਾਵੇ, ਕਿਉਂਕਿ ਤੁਸੀਂ ਦੇਖੋ ਨਾ ਕਿ ਤੁਸੀਂ ਆਪਣੇ ਦਿਲ ਦੀ ਗੱਲ ਕਿਸ ਜ਼ੁਬਾਨ 'ਚ ਕਹਿੰਦੇ ਹੋ। ਹੁਣ ਮੈਂ ਤੇ ਨਾ ਜਦੋਂ ਤੱਕ ਮੈਨੂੰ ਗੁੱਸਾ ਨਾ ਆਵੇ ਨਾ ਤੇ ਮੈਂ ਕਿਸੇ ਨੂੰ ਖਰੀਆਂ ਸੁਣਾਉਣੀਆਂ ਤਾਂ ਮੈਂ ਪੰਜਾਬੀ 'ਚ ਸੁਣਾਵਾਂਗੀ। ਉਸ ਤੋਂ ਬਾਅਦ ਤੁਸੀਂ ਖਾਬ ਜਦੋਂ ਵੇਖਦੇ ਹੋ ਮੈਨੂੰ ਦੱਸੋ, ਤੇ ਮੈਨੂੰ ਤੇ ਪੰਜਾਬੀ 'ਚ ਹੀ ਖਾਬ ਆਉਂਦੇ ਜੇ। ਇਹ ਸਭ ਝੂਠ ਬੋਲਦੇ ਨੇ, ਉਤੋਂ ਅੰਗਰੇਜ਼ੀ ਬੋਲਦੇ ਜੇ ਤੇ ਵਿੱਚੋਂ ਅੰਦਰੋਂ ਪੰਜਾਬੀ 'ਚ ਸਾਰੇ, ਪਰ ਮੰਨਦੇ ਨਹੀਂ। ਜਿਹੜੀ ਜ਼ਬਾਨ ਜਾਂ ਜਿਹੜੀ ਵੀ ਭਾਸ਼ਾ ਜਿਹੜੀ ਹੈ ਅਸੀਂ ਅਡਾਪਟ ਕਰਨੇ ਆ ਔਰ ਜਿਹਨੂੰ ਟਰਾਂਸਲੇਸ਼ਨ ਦੇ ਥਰੂ ਸਿੱਖਨੇ ਆ, ਉਹ ਸਾਡੇ ਜ਼ਿਹਨਾਂ ਦੇ ਵਿੱਚ, ਉਹ ਸਾਡੀ ਜੜ੍ਹਾਂ ਦੇ ਵਿੱਚ, ਉਹ ਸਾਡੇ ਖੂਨ ਦੇ ਵਿੱਚ, ਰਗਾਂ ਦੇ ਵਿੱਚ ਨਹੀਂ ਰਹਿੰਦੀ ਨਾ ਉਹਦੇ ਵਿੱਚ ਖਾਬ ਆਉਂਦੇ ਨੇ। ਔਰ ਤੁਸੀਂ ਦੇਖੋ ਕਿ ਕਿਸੇ ਵੇਲੇ ਅਗਰ ਸਾਨੂੰ ਝਟਕਾ ਲੱਗਦਾ ਹੈ, ਕੋਈ ਅੱਗ ਦਾ ਸੇਕ ਲੱਗ ਗਿਆ, ਕੋਈ ਐਕਸੀਡੈਂਟ ਹੋ ਗਿਆ, ਕੋਈ ਕਿਸੇ ਵੀ ਕਿਸਮ ਝਟਕਾ ਵੱਜ ਗਿਆ, ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ ਪਹਿਲੀ ਆਵਾਜ਼ ਉਹ ਮਾਂ ਬੋਲੀ ਦੇ ਵਿੱਚ ਨਿਕਲਦੀ ਹੈ। ਅਗਲਾ ਸਾਹਮਣੇ ਵਾਲਾ ਸਮਝਦਾ ਹੋਵੇ, ਉਹ ਬੋਲੀ ਨਾ ਸਮਝਦਾ ਹੋਵੇ, ਯਾਨੀ ਕਿ ਅਸਲ ਜਿਹੜੀ ਸੈਂਸ ਹੈ ਸਾਡੀ ਦਿਲ ਦੇ ਵਿੱਚੋਂ ਜਿਹੜੀ ਚੀਜ਼ ਨਿਕਲਦੀ ਹੈ ਆਪਣੀ ਅਨਕੌਂਸ਼ੀਅਸ ਦੇ ਵਿੱਚ। ਇਹ ਤੇ ਅਸੀਂ ਕੌਂਸ਼ੀਅਸ ਦੇ ਨਾਲ, ਜਿਵੇਂ ਤੁਸੀਂ ਆਖਿਆ ਕਿ ਮੋਚੀ ਗੇਟ ਖਲੋ ਕੇ ਜੀ ਡੋਰ ਬੰਦ ਹੋ ਗਿਆ ਜੀ, ਡੋਰ ਕਲੋਜ਼ ਹੋ ਗਿਆ, ਇਹ ਤੇ ਅਸੀਂ ਕੌਂਸ਼ੀਅਸ ਦੇ ਨਾਲ ਸੋਚ ਕੇ ਨਾ ਟਰਾਂਸਲੇਟ ਕਰਕੇ ਬੋਲ ਰਹੇ ਹਾਂ। ਲੇਕਿਨ ਜਦੋਂ ਅਸੀਂ ਅਨਕੌਂਸ਼ੀਅਸ ਦੇ ਵਿੱਚ, ਜਦੋਂ ਕੋਈ ਘਰ ਦੇ ਵਿੱਚ ਕਿਸੇ ਦੇ ਚੋਰ ਵੜੇ ਹੋਣ ਔਰ ਝਟਕੇ ਦੇ ਵਿੱਚ ਕੋਈ ਚੀਜ਼ ਹੋਵੇ, ਜਦੋਂ ਕੋਈ ਚੀਜ਼ ਸਮਝ ਨਾ ਆਉਂਦੀ ਹੋਵੇ, ਅਨਕੌਂਸ਼ੀਅਸ ਦੇ ਵਿੱਚ ਜਿਹੜੀ ਸਾਡੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਉਦੋਂ ਅਸੀਂ ਕਦੀ ਵੀ ਡੋਰ ਓਪਨ ਕਲੋਜ਼ ਨਹੀਂ ਕਵਾਂਗੇ, ਉਦੋਂ ਕਵਾਂਗੇ ਜਿੰਦਰਾ ਬੰਦ ਕਰ ਦਿਓ। ਉਦੋਂ ਅਸੀਂ ਇਸ ਤਰ੍ਹਾਂ ਕਹਿਣਾ ਹੈ। ਬਿਲਕੁਲ। ਇੱਕ ਹੋਰ ਗੱਲ ਜੀ, ਤੁਸੀਂ ਜਦੋਂ ਪ੍ਰਾਰਥਨਾ ਕਰਦੇ ਹੋਵੋਗੇ ਤੇ ਜਦੋਂ ਅਸੀਂ ਨਮਾਜ਼ ਪੜ੍ਹਨੇ ਆ ਨਾ, ਤੇ ਜਦੋਂ ਅਸੀਂ ਰੱਬ ਕੋਲੋਂ ਦੁਆ ਕਰਨੇ ਆ ਨਾ, ਤੇ ਸੱਚੀ ਅਸੀਂ ਪੰਜਾਬੀ 'ਚ ਹੀ ਕਰਨੇ ਆ। ਬੇਸ਼ੱਕ